गुड मॉर्निंग स्टूडेंट्स। ਅੱਜ ਆਪਾਂ ਚੌਥੀ ਯੂਨਿਟ ਦਾ ਲਾਸਟ ਟੌਪਿਕ ਪੰਜਾਬੀ ਦੀ ਪਾਠ ਪੁਸਤਕ ਟੌਪਿਕ ਦਾ ਅਧਿਐਨ ਕਰਾਂਗੇ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਹਰ ਸ਼੍ਰੇਣੀ ਦੇ ਵਿੱਚ ਵਿਸ਼ੇ ਨਾਲ ਸੰਬੰਧਿਤ ਕੁਝ ਪਾਠ ਪੁਸਤਕਾਂ ਜਿਹੜੀਆਂ ਹਨ ਉਹ ਬੱਚਿਆਂ ਵਾਸਤੇ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ 'ਤੇ ਆਧਾਰਿਤ ਅਧਿਆਪਕ ਦੁਆਰਾ ਬੱਚਿਆਂ ਨੂੰ ਅਧਿਆਪਨ ਕਰਵਾਇਆ ਜਾਂਦਾ ਹੈ। ਪਾਠ ਪੁਸਤਕ ਦੀ ਜੇ ਗੱਲ ਕਰੀਏ ਤਾਂ ਇਸ ਦਾ ਜੋ ਪੁਰਾਣਾ ਇਤਿਹਾਸ ਹੈ, ਪ੍ਰਾਰੰਭ ਵਿੱਚ ਕੀ ਸੀ ਕਿ ਭਾਸ਼ਾ ਜੋ ਹੈ ਉਸ ਦੇ ਮੌਖਿਕ ਰੂਪ ਹੀ ਸੀ। ਲਿਖਤ ਦੇ ਵਿੱਚ ਭਾਸ਼ਾ ਜਿਹੜੀ ਹੈ ਕਾਫੀ ਬਾਅਦ ਵਿੱਚ ਆਈ ਹੈ। ਭਾਸ਼ਾ ਦੇ ਖੇਤਰ ਵਿੱਚ ਲਿਪੀ ਦੇ ਆਉਣ ਨਾਲ ਭਾਸ਼ਾ ਦਾ ਜਿਹੜਾ ਹੈ ਲਿਖਤੀ ਰੂਪ ਜੋ ਹੈ ਉਹ ਸਾਹਮਣੇ ਆਇਆ। ਲਿਖਤੀ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਹੈ ਪ੍ਰਾਰੰਭ ਦੇ ਵਿੱਚ ਜਦੋਂ ਪੁਸਤਕਾਂ ਦੀ ਰਚਨਾ ਕੀਤੀ ਗਈ ਤਾਂ ਉਹ ਹੱਥ ਲਿਖਤਾਂ ਸਨ, ਮਤਲਬ ਹੱਥ ਲਿਖਤ ਪੁਸਤਕਾਂ ਜਿਹੜੀਆਂ ਸੀ ਉਹ ਤਿਆਰ ਕੀਤੀਆਂ ਜਾਂਦੀਆਂ ਸਨ। ਲੇਕਿਨ ਧੀਰੇ ਧੀਰੇ ਛਾਪੇਖਾਨੇ ਦੇ ਆਉਣ ਦੇ ਨਾਲ ਜਿਹੜੀ ਹੈ ਪੁਸਤਕਾਂ ਦਾ ਪ੍ਰਕਾਸ਼ਨ ਦਾ ਕੰਮ ਸ਼ੁਰੂ ਹੋ ਗਿਆ, ਕਿਉਂਕਿ ਹੱਥ ਲਿਖਤਾਂ ਵੱਡੀ ਪੱਧਰ 'ਤੇ ਉਸ ਦੀ ਗਿਣਤੀ ਜਿਹੜੀ ਹੈ ਜ਼ਰੂਰਤ ਦੇ ਅਨੁਸਾਰ ਬੱਚਿਆਂ ਦੇ ਅਧਿਆਪਨ ਦੇ ਅੰਤਰਗਤ ਪੂਰੀ ਨਹੀਂ ਕਰਵਾਈ ਜਾ ਸਕਦੀ ਸੀ। ਮਤਲਬ ਕਹਿਣ ਦਾ ਕਿ ਇੰਨੀਆਂ ਪ੍ਰਤੀਲਿਪੀਆਂ ਜਿਹੜੀਆਂ ਹੱਥ ਲਿਖਤ ਦੇ ਰੂਪ ਵਿੱਚ ਤਿਆਰ ਕਰਨੀਆਂ ਸੰਭਵ ਨਹੀਂ ਸੀ। ਲੇਕਿਨ ਜਦੋਂ ਦਾ ਛਾਪਾਖਾਨਾ ਆਇਆ, ਛਾਪੇਖਾਨੇ ਦੇ ਆਉਣ ਦੇ ਨਾਲ ਜਿਹੜੀ ਹੈ ਇਸ ਸਮੱਸਿਆ ਦਾ ਸਮਾਧਾਨ ਹੋਇਆ ਅਤੇ ਕਾਫੀ ਵੱਡੇ ਪੱਧਰ 'ਤੇ ਬੱਚਿਆਂ ਦੀ ਜ਼ਰੂਰਤਾਂ ਦੇ ਅਨੁਸਾਰ ਜਿਹੜੀਆਂ ਹੈ ਪਾਠ ਪੁਸਤਕਾਂ ਦੀ ਜਿਹੜੀ ਪ੍ਰਕਾਸ਼ਨ ਹੋਣ ਲੱਗ ਪਿਆ। ਭਾਸ਼ਾ ਸਿੱਖਿਆ ਦੇ ਖੇਤਰ ਵਿੱਚ ਜੇ ਅਸੀਂ ਗੱਲ ਕਰੀਏ ਕਿ ਪਾਠ ਪੁਸਤਕਾਂ ਦੀ ਜੋ ਰਚਨਾ ਜਾਂ ਤਿਆਰੀ ਕੀਤੀ ਜਾਂਦੀ ਹੈ ਉਸ ਨੂੰ ਭਾਸ਼ਾ ਸਿੱਖਿਆ ਵਿੱਚ ਪਾਠ ਪੁਸਤਕਾਂ ਨੂੰ ਬਹੁਤ ਮਹਾਨਤਾ ਪ੍ਰਾਪਤ ਹੈ। ਪਾਠ ਪੁਸਤਕਾਂ ਭਾਸ਼ਾ ਦੇ ਸਾਰੇ ਅੰਗਾਂ ਨੂੰ ਪੜ੍ਹਾਉਣ ਦੇ ਕੇਂਦਰ ਹਨ। ਵਿਆਕਰਨ ਰਚਨਾ ਹੈ, ਉਚਾਰਨ ਹੈ, ਬੋਲਚਾਲ ਹੈ, ਇਹ ਸਭ ਸਿਖਾਉਣ ਲਈ ਇੱਕ ਪਾਠ ਪੁਸਤਕ ਜੋ ਹੈ ਸਧਾਰਨ ਸਾਧਨ ਹੈ। ਅੱਜ ਕੱਲ੍ਹ ਇਹ ਅਧਿਆਪਕ ਤੇ ਵਿਦਿਆਰਥੀਆਂ ਦੋਹਾਂ ਦੀ ਕਾਰਜ ਸਿੱਧੀ ਦੀ ਕੁੰਜੀ ਹੈ। ਪਾਠ ਪੁਸਤਕਾਂ ਦੇ ਅਰਥ ਦੀ ਆਪਾਂ ਇੱਥੇ ਅਧਿਐਨ ਕਰਾਂਗੇ, ਅਰਥ ਤੇ ਪਰਿਭਾਸ਼ਾਵਾਂ ਦਾ, ਕਿ ਪਾਠ ਪੁਸਤਕ ਤੇ ਪੁਸਤਕਾਂ ਦੀ ਇੱਕ ਅਜਿਹੀ ਕਿਸਮ ਹੈ। ਪਾਠ ਪੁਸਤਕ ਜੋ ਹੈ ਪੁਸਤਕਾਂ ਦੀ ਇੱਕ ਅਜਿਹੀ ਕਿਸਮ ਹੈ ਜਿਸ ਨੂੰ ਮੌਲਿਕ ਤੇ ਸਥਾਈ ਮਹੱਤਵ ਦੀਆਂ ਪੁਸਤਕਾਂ ਵਿੱਚੋਂ ਕੁਝ ਸਮੱਗਰੀ ਚੁਣ ਕੇ ਵੱਖ-ਵੱਖ ਪੱਧਰਾਂ ਦੇ ਵਿਦਿਆਰਥੀਆਂ ਲਈ ਤਿਆਰ ਕੀਤੀ ਜਾਂਦੀ ਹੈ। ਸਧਾਰਨ ਸ਼ਬਦਾਂ ਵਿੱਚ ਪਾਠ ਪੁਸਤਕ ਉਹ ਪੁਸਤਕ ਹੁੰਦੀ ਹੈ ਜਿਹੜੀ ਕਿਸੇ ਵਿਦਿਅਕ ਅਧਿਕਾਰੀ ਦੁਆਰਾ ਕਿਸੇ ਵਿਸ਼ੇਸ਼ ਸ਼੍ਰੇਣੀ ਲਈ ਨਿਸ਼ਚਿਤ ਕੀਤੀ ਗਈ ਹੋਵੇ। ਇਸ ਤਰ੍ਹਾਂ ਪਾਠ ਪੁਸਤਕਾਂ ਗਿਆਨ ਤੇ ਸੰਗ੍ਰਹਿ ਸੰਚਾਰ ਕਰਨ ਦਾ ਇੱਕ ਸਾਧਨ ਹਨ, ਕਿਉਂਕਿ ਪਾਠ ਪੁਸਤਕਾਂ ਗਿਆਨ ਦਾ ਸੰਗ੍ਰਹਿ ਵੀ ਕਰਦੀਆਂ ਹਨ ਉਸ ਨੂੰ, ਤੇ ਨਾਲ ਦੀ ਨਾਲ ਦੂਸਰੀ ਪੀੜ੍ਹੀ ਦੇ ਵਿੱਚ ਉਹਦਾ ਸੰਚਾਰ ਕਰਨ ਦਾ ਕੰਮ ਵੀ ਕਰਦੀਆਂ ਹਨ। ਭਾਸ਼ਾ ਜੇ ਆਪਾਂ ਗੱਲ ਕਰੀਏ ਕਿ ਪਾਠ ਪੁਸਤਕਾਂ ਜੋ ਹੈ ਗਿਆਨ ਨੂੰ ਸਥਾਈ ਬਣਾਉਣ ਦਾ ਕੰਮ ਕਰਦੀਆਂ ਹਨ, ਜਿਸ ਦਾ ਲਾਭ ਜਿਹੜਾ ਹੈ ਉਹ ਨਵੀਂ ਪੀੜ੍ਹੀ ਨੂੰ ਹੁੰਦਾ ਹੈ। ਪਾਠ ਪੁਸਤਕ ਅੰਗਰੇਜ਼ੀ ਭਾਸ਼ਾ ਦੇ ਬੁੱਕ ਸ਼ਬਦ ਦਾ ਪੰਜਾਬੀ ਰੂਪਾਂਤਰ ਹੈ। ਅੰਗਰੇਜ਼ੀ ਭਾਸ਼ਾ ਬੁੱਕ ਸ਼ਬਦ ਜਰਮਨ ਭਾਸ਼ਾ ਦੇ ਬੀਕ ਸ਼ਬਦ ਤੋਂ ਉਤਪੰਨ ਹੋਇਆ ਮੰਨਿਆ ਜਾਂਦਾ ਹੈ। ਇਸ ਦਾ ਅਰਥ ਹੈ ਰੁੱਖ। ਇਸ ਦਾ ਸੰਬੰਧ ਰੁੱਖ ਦੀ ਛਿੱਲ ਜਾਂ ਤਖਤੀ ਉੱਤੇ ਲਿਖਣ ਨਾਲ ਹੈ, ਕਿਉਂਕਿ ਪਹਿਲਾਂ ਜੋ ਹੱਥ ਲਿਖਤਾਂ ਤਿਆਰ ਕੀਤੀਆਂ ਜਾਂਦੀਆਂ ਸਨ, ਜਦੋਂ ਹਜੇ ਕਾਗਜ਼ ਦੀ ਖੋਜ ਜਿਹੜੀ ਹੈ ਨਹੀਂ ਹੋਈ ਸੀ, ਤਾਂ ਉਦੋਂ ਜਿਹੜੀ ਲੱਕੜੀ ਦੀ ਛਾਲ ਨਾਲ ਪਤਲਾ ਜਿਹੜਾ ਹੈ ਪੱਤਾ ਬਣਾਇਆ ਜਾਂਦਾ ਸੀ ਜਾਂ ਛਿੱਲ ਬਣਾਈ ਜਾਂਦੀ ਸੀ, ਜਾਂ ਫਿਰ ਉਹਦੀ ਇੱਕ ਤਖਤੀ ਹੁੰਦੀ ਸੀ ਲੱਕੜ ਦੀ, ਉਹਦੇ ਉੱਪਰ ਲਿਖਿਆ ਜਾਂਦਾ ਸੀ। ਤਾਂ ਉਸ ਤੋਂ ਹੀ ਧੀਰੇ ਧੀਰੇ ਜਿਹੜਾ ਹੈ ਪੁਸਤਕ ਸ਼ਬਦ ਸਾਹਮਣੇ ਆਇਆ। ਹਾਂਜੀ, ਹੁਣ ਆਪਾਂ ਅੱਗੇ ਕਰਾਂਗੇ ਪਾਠ ਪੁਸਤਕ ਦੀਆਂ ਪਰਿਭਾਸ਼ਾਵਾਂ। ਇਸ ਦੇ ਸੰਬੰਧ ਵਿੱਚ ਕੁਝ ਵਿਦਵਾਨਾਂ ਨੇ ਆਪਣੀਆਂ ਆਪਣੀਆਂ ਪਰਿਭਾਸ਼ਾਵਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ਆਪਾਂ ਕਰਾਂਗੇ ਆਰ ਡਗਲਸ ਦੇ ਅਨੁਸਾਰ ਅਧਿਆਪਕ ਦੇ ਅਨੁਭਵਾਂ ਤੇ ਵਿਸ਼ਲੇਸ਼ਣ ਦੇ ਅਨੁਸਾਰ ਪਾਠ ਪੁਸਤਕ ਪੜ੍ਹਨ ਅਤੇ ਪੜ੍ਹਾਉਣ ਦਾ ਮਹੱਤਵਪੂਰਨ ਆਧਾਰ ਹੈ। ਅਧਿਆਪਕ ਦੇ ਅਨੁਭਵਾਂ ਤੇ ਵਿਸ਼ਲੇਸ਼ਣ ਦੇ ਅਨੁਸਾਰ ਜਿਹੜੀ ਪਾਠ ਪੁਸਤਕ ਹੈ ਪੜ੍ਹਨ ਤੇ ਪੜ੍ਹਾਉਣ ਦਾ ਮਹੱਤਵਪੂਰਨ ਆਧਾਰ ਜਿਹੜੀ ਹੈ ਮੰਨੀ ਜਾਂਦੀ ਹੈ। ਇਹ ਡਗਲਸ ਦੇ ਅਨੁਸਾਰ ਹੈ। ਅਗਲੀ ਡੈਫੀਨੇਸ਼ਨ ਹੈ ਸੀ.ਵੀ. ਗੁੱਡ ਦੇ ਸ਼ਬਦਾਂ ਵਿੱਚ, ਇੱਕ ਨਿਸ਼ਚਿਤ ਪਾਠਕ੍ਰਮ ਦੇ ਅਧਿਐਨ ਦੇ ਪ੍ਰਮੁੱਖ ਸਾਧਨ ਦੇ ਰੂਪ ਵਿੱਚ ਇੱਕ ਨਿਸ਼ਚਿਤ ਸਿੱਖਿਆ ਪੱਧਰ ਉੱਤੇ ਪ੍ਰਯੋਗ ਕਰਨ ਲਈ ਇੱਕ ਨਿਸ਼ਚਿਤ ਵਿਸ਼ੇ ਤੇ ਕ੍ਰਮਬੱਧ ਤੇ ਨਿਯੋਜਿਤ ਰੂਪ ਵਿੱਚ ਲਿਖੀ ਹੋਈ ਪੁਸਤਕ ਪਾਠ ਪੁਸਤਕ ਹੈ। ਇਸ ਦਾ ਮਤਲਬ ਇਹ ਹੈ ਕਿ ਹਰ ਸ਼੍ਰੇਣੀ ਦਾ ਆਪਣਾ ਆਪਣਾ ਪਾਠਕ੍ਰਮ ਹੁੰਦਾ ਹੈ। ਉਹਨਾਂ ਪਾਠਕ੍ਰਮਾਂ ਦੇ
अध्ययन करन लई जिहड़ी पाठ पुस्तक है एक वधिया साधन है। ये साधन जो है, जो पाठ पुस्तक है, एक निश्चित सिੱਖਿਆ पੱਧਰ उत्ते प्रयोग करन लई एक निश्चित विषय के क्रमबद्ध ते नियोजित रूप विच लिखी हुई पुस्तक पाठ पुस्तक हुंदी है। मतलब एक निश्चित विषय, हर विषय की अपनी एक अलग पाठ पुस्तक हुंदी है ते वो पाठ पुस्तक का जिहड़ा विषय वस्तु है वो क्रमबद्ध हुंदा है, नियोजित हुंदा है, सिस्टमैटिक हुंदा है, प्लान हुंदा है ते एक सीक्वेंस दे विच हुंदा है, उसनूं पाठ पुस्तक कहा जाता है। अगली जिहड़ी डेफिनेशन है वो है हैरोलिकर के अनुसार पाठ पुस्तक ज्ञान, अनुभवां, भावनावां, विचारां अते प्रवृत्तियां ते मुल्लां नूं संग्रह करन दा एक साधन है। हैरोलिक्स ने ज्ञान नूं संग्रह करन दे दृष्टिकोण तो जिहड़ी ਇਹ परिभाषा है पाठ पुस्तक की तैयार की है। इन्हां दा मनना है कि जिहड़ी पाठ पुस्तक है वो ज्ञान हो गए, विद्वानां दे अनुभव हो गए, सियाणे लोकां दे अनुभव हो गए, उन्हां दीयां भावनावां हो गईयां, उन्हां दी विचारां दी अभिव्यक्ति हो गई, प्रवृत्ति हो गई, मुल्लां नूं संग्रह करन दा एक साधन है। इस तरीके नाल उन्होंने कहा है कि जो वैल्यूज़ है, जो ज्ञान है, मोटे रूप से कह सकते हैं जो ज्ञान, अनुभव ते भावनावां या विचार जो है या वैल्यूज़ है उन्होंने संग्रह करने का एक साधन है। इस तरह इन्हां परिभाषावां के आधार पर यह सिट्टा निकलता है कि पाठ पुस्तक ज्ञान नूं संग्रह करके उसनूं पीढ़ी तो पीढ़ी अगे पहुँचाउण का एक साधन है, एक पीढ़ी तो दूसरी पीढ़ी तक अगे पहुँचाउण का एक वधिया साधन है। इसलिए प्रभावशाली अध्यापन ਅਤੇ ਸਿੱਖਿਆ ਲਈ पाठ पुस्तकों की अहम भूमिका होंदी है। विद्यार्थियों ਨੂੰ इन्हां तो आधुनिक ते ताज़ा ज्ञान मिलता है तो इसलिए जिहड़े अध्यापक है वो बच्चों को प्रेरित भी कर सकते हैं चंगियां पुस्तकां पढ़न वास्ते ते उन्हां दे ज्ञान दे विच वाधा करन दे विच सहयोग कर सकते हैं। इस तो इलावा हुण आपां अगे करांगे कि एक चंगी पाठ पुस्तक दे किहड़े-किहड़े गुण हो सकते हैं। एक अच्छी पाठ पुस्तक दे विच की विशेषतावां की गुण होने चाहिए हैं। यह मुख्य रूप दे विच आपां दो पक्षां दे आधार ते अध्ययन करांगे। पहले है अंदरूनी गुण ते दूसरे है बाहरी गुण। पहला आपां अंदरूनी गुणां दा अध्ययन करांगे जिन्हों अध्ययन संबंधी गुण भी कह दिता जाता है। पाठ पुस्तक दे अंदरूनी गुण नूं असीं जिहड़ा है हेठां लिखे कुछ बिंदुआं दे आधार ते इसदा अध्ययन करांगे। पहला है सधारण गुण। पहला आप एक पाठ पुस्तक दे विच किहड़े-किहड़े सधारण गुण जिहड़े है इस दे अंदर होने चाहिए है, सब तो पहला आप उन्हां दा अध्ययन करांगे। सधारण गुणां दे अंतर्गत पहला गुण है जो एक अच्छी आदर्श पाठ पुस्तक दे विच होना चाहिए है वह है भाषा ज्ञान विच वाधा। पंजाबी दी एक चंगी पाठ पुस्तक दे विच यह एक लाजमी गुण है। पंजाबी भाषा की पाठ पुस्तक का पहला गुण ते सधारण गुण भाषा ज्ञान विच वाधा करना है। इसलिए पाठ पुस्तक के हरेक पाठ विच ज्ञान विज्ञान की चर्चा सधारण जानकारी तक ही सीमित रखनी चाहिए है ते भाषा ज्ञान ते कौशलों के वाधे उत्ते विशेष ध्यान देना चाहिए, वाधे उत्ते विशेष ध्यान देना चाहिए है। इसका मतलब है कि जो एक अच्छी पाठ पुस्तक है पंजाबी की उस दे विच बच्चों नूं ज़्यादा तो ज़्यादा ज्ञान देण लई वैल्यूज़ का, विचारां दा, भावनावां दा, सियाणपां दा ज्ञान देण लई जिहड़ी जानकारी है उस पुस्तक दे विच होनी चाहिए है। इस तो इलावा है जीवन नाल संबंधित जिहड़ी पाठ पुस्तक है वो व्यवहारिक होनी चाहिए है, जीवन नाल संबंधित होनी चाहिए है। उस दे विच केवल सिद्धांतिक ज्ञान ही नहीं होना चाहिए सगों उस दे नाल नाल व्यवहारिक जीवन दे नाल उस ज्ञान नूं जोड़िया गया होना चाहिए है। भाषा सिੱਖਿਆ का संबंध विद्यार्थी के वर्तमान ते भावी जीवन नाल हुंदा है। इसलिए पाठ पुस्तक का निर्माण करते समय उन्होंने जीवन के अनुभवों नाल जोड़ना चाहिए है क्योंकि अध्यापक जो जिस भी विशेषज्ञ द्वारा पुस्तक तैयार की जाती है उसमें ध्यान रखना चाहिए है कि जो ज्ञान या सिद्धांत बच्चों को समझाए जा रहे हैं उस नाल संबंधित जिहड़े साधारण जीवन नाल संबंधित उदाहरण है वो उस दे विच प्रस्तुत किए गए होण ताकि विद्यार्थी जो है सिद्धांतिक ज्ञान को अपने जीवन के नाल या साधारण ज्ञान के नाल जोड़ सकन। अगला है व्यवहारिकता। पाठ पुस्तक की विषय सामग्री इहो जिही होनी चाहिए है जो विद्यार्थियों की व्यवहारिक बुद्धि का विकास कर सके। इस दे नाल ही विद्यार्थी समाजीकरण की सिक्ख्या प्राप्त कर सकन। जिहड़ी पाठ पुस्तक है वो विषय सामग्री इहो जी होनी चाहिए है जो विद्यार्थियों की व्यवहारिक बुद्धि का विकास कर सके।
ਆਪਾਂ ਬੱਚਿਆਂ ਨੂੰ ਕੇਵਲ ਸਿਧਾਂਤਿਕ ਗਿਆਨ ਹੀ ਨਹੀਂ ਦੇਣਾ, ਉਸ ਦੇ ਨਾਲ ਬੱਚਿਆਂ ਨੂੰ ਵਿਵਹਾਰਿਕ ਗਿਆਨ ਵੀ ਦੇਣਾ ਹੈ, ਸੋਸ਼ਲ ਬਣਾਉਣਾ ਹੈ, ਸਮਾਜਿਕ ਬਣਾਉਣਾ ਹੈ, ਕਿਉਂਕਿ ਸਮਾਜਿਕ ਹੋਣ ਤੋਂ ਬਿਨਾਂ ਬੱਚਾ ਜਿਹੜਾ ਹੈ ਸਮਾਜ ਦੇ ਵਿੱਚ ਆਪਣਾ ਸਮਾਯੋਜਨ ਸਥਾਪਿਤ ਨਹੀਂ ਕਰ ਸਕੇਗਾ। ਤਾਂ ਬੱਚੇ ਦਾ ਸਰਵਪੱਖੀ ਵਿਕਾਸ ਕਰਨ ਵਾਸਤੇ ਜ਼ਰੂਰੀ ਹੈ ਕਿ ਜਿਹੜੀ ਪੰਜਾਬੀ ਦੀ ਪਾਠ ਪੁਸਤਕ ਹੈ ਉਹ ਬੱਚੇ ਦੀ ਵਿਵਹਾਰਿਕ ਬੁੱਧੀ ਦਾ ਵਿਕਾਸ ਕਰਨ ਵਾਲੀ ਹੋਣੀ ਚਾਹੀਦੀ ਹੈ। ਅਗਲਾ ਸਧਾਰਨ ਗੁਣ ਹੈ ਇਸ ਦੇ ਵਿੱਚ ਰੋਚਕਤਾ, ਕਿਉਂਕਿ ਰੋਚਕਤਾ ਤੋਂ ਬਿਨਾਂ ਕੋਈ ਵੀ ਬੁੱਕ ਜਿਹੜੀ ਹੈ ਇੱਕ ਅੱਛੀ ਬੁੱਕ ਸਾਬਿਤ ਨਹੀਂ ਹੋ ਸਕਦੀ। ਜਿੰਨਾ ਚਿਰ ਬੱਚਿਆਂ ਦੀ ਉਸ ਪੁਸਤਕ ਦੇ ਵਿੱਚ ਰੁਚੀ ਨਹੀਂ ਹੋਏਗੀ, ਉਸ ਨੂੰ ਪੜ੍ਹਨ ਵਾਲੀ ਵਿਸ਼ਾ ਸਮੱਗਰੀ ਰੋਚਕ ਨਹੀਂ ਹੋਏਗੀ, ਬੱਚੇ ਕਦੇ ਵੀ ਉਸ ਬੁੱਕ ਨੂੰ ਪੜ੍ਹਨਾ ਜਾਂ ਉਸ ਪੁਸਤਕ ਨੂੰ ਪੜ੍ਹਨਾ ਪਸੰਦ ਨਹੀਂ ਕਰਨਗੇ। ਤਾਂ ਇੱਕ ਸਧਾਰਨ ਤੇ ਅੰਦਰੂਨੀ ਲਾਜ਼ਮੀ ਗੁਣ ਹੈ ਕਿ ਉਸ ਦੀ ਵਿਸ਼ਾ ਸਮੱਗਰੀ ਜਿਹੜੀ ਹੈ ਉਹ ਰੋਚਕ ਹੋਣੀ ਚਾਹੀਦੀ ਹੈ। ਰੋਚਕਤਾ ਜਿਹੜੀ ਹੈ ਉਹ ਵੱਖ-ਵੱਖ ਸ਼੍ਰੇਣੀ ਦੇ ਬੱਚਿਆਂ, ਵੱਖ-ਵੱਖ ਆਯੂ ਵਰਗ ਦੇ ਬੱਚਿਆਂ ਦੇ ਲਈ ਅਲੱਗ-ਅਲੱਗ ਹੋ ਸਕਦੀ ਹੈ। ਰੋਚਕ ਬਣਾਉਣ ਲਈ ਛੋਟੇ ਬੱਚਿਆਂ ਲਈ ਉਸ ਦੇ ਵਿੱਚ ਤਸਵੀਰਾਂ ਜਾਂ ਸਧਾਰਨ ਸਮੱਗਰੀ ਦੇ ਨਾਲ ਸਧਾਰਨ ਜੀਵਨ ਦੇ ਉਦਾਹਰਣ ਜਿਹੜੇ ਹੈ ਪ੍ਰਸਤੁਤ ਕੀਤੇ ਗਏ ਹੋਣ ਤਾਂ ਉਹ ਜਿਹੜੀ ਪਾਠ ਪੁਸਤਕ ਹੈ ਉਹ ਬੱਚਿਆਂ ਨੂੰ ਰੋਚਕ ਲੱਗੇਗੀ। ਵੱਡੀਆਂ ਸ਼੍ਰੇਣੀਆਂ ਦੇ ਬੱਚੇ ਜਿਹੜੇ ਹੈ ਉਸ ਦੇ ਵਿੱਚ ਜਿਹੜੀ ਹੈ ਪਾਠ ਪੁਸਤਕ ਦੀ ਜਿਹੜੀ ਵਿਸ਼ਾ ਸਮੱਗਰੀ ਹੈ ਉਹ ਸਧਾਰਨ ਤੇ ਭਾਸ਼ਾ ਸ਼ਬਦਾਵਲੀ ਜਿਹੜੀ ਹੈ ਉਹ ਸਰਲ ਤੇ ਸਪਸ਼ਟ ਹੋਏਗੀ, ਤਾਂ ਬੱਚਿਆਂ ਨੂੰ ਉਹ ਅੱਛੇ ਤਰੀਕੇ ਨਾਲ ਸਮਝ ਆਏਗੀ ਤੇ ਨਾਲ ਉਸ ਦੇ ਵਿੱਚ ਵਿਵਹਾਰਿਕ ਜੀਵਨ ਨਾਲ ਸੰਬੰਧਿਤ ਜੇ ਉਦਾਹਰਣ ਪ੍ਰਸਤੁਤ ਕੀਤੇ ਗਏ ਹੋਣਗੇ ਤਾਂ ਉਹ ਬੱਚਿਆਂ ਨੂੰ ਜ਼ਿਆਦਾ ਰੋਚਕ ਲੱਗੇਗੀ। ਤਾਂ ਅਗਰ ਜੋ ਪੁਸਤਕ ਬੱਚਿਆਂ ਨੂੰ ਖਿੱਚ ਪਾਏਗੀ, ਆਪਣੀ ओर ਖਿੱਚੇਗੀ, ਆਕਰਸ਼ਿਤ ਕਰੇਗੀ, ਉਹੀ ਬੁੱਕ ਜੋ ਹੈ ਇੱਕ ਅੱਛੀ ਪੁਸਤਕ ਸਾਬਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਅਗਲਾ ਗੁਣ ਜਿਹੜਾ ਹੈ ਇੱਕ ਆਦਰਸ਼ ਪੁਸਤਕ ਦੇ ਵਿੱਚ ਹੋਣਾ ਚਾਹੀਦਾ ਉਹ ਹੈ ਕ੍ਰਮਬੱਧਤਾ। ਕ੍ਰਮਬੱਧਤਾ ਦਾ ਮਤਲਬ ਹੈ ਕਿ ਪਾਠ ਪੁਸਤਕ ਦੇ ਵਿੱਚ ਜੋ ਵੀ ਸਮੱਗਰੀ ਦਿੱਤੀ ਗਈ ਹੈ ਉਹ ਵਿਸ਼ਾ ਵਸਤੂ ਦੇ ਨਾਲ ਵਿਸ਼ਾ ਵਸਤੂ ਜਿਹੜੀ ਹੈ ਉਹ ਇੱਕ ਦੂਸਰੇ ਦੇ ਨਾਲ ਪੂਰੇ ਤਰੀਕੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ, ਇੱਕ ਕ੍ਰਮ ਦੇ ਵਿੱਚ ਹੋਣੀ ਚਾਹੀਦੀ ਹੈ। ਅਗਲਾ ਹੈ ਮਨੋਵਿਗਿਆਨਿਕਤਾ। ਮਨੋਵਿਗਿਆਨਿਕਤਾ ਤੋਂ ਭਾਵ ਹੈ ਕਿ ਜਿਹੜੀ ਸਿੱਖਿਆ ਜੋ ਹੈ ਉਹ ਬਾਲ ਕੇਂਦਰਿਤ ਹੈ, ਤਾਂ ਜਿਹੜੀ ਪਾਠ ਪੁਸਤਕ ਹੈ ਉਹ ਵੀ ਬਾਲ ਕੇਂਦਰਿਤ ਹੋਣੀ ਚਾਹੀਦੀ ਹੈ। ਬਾਲ ਕੇਂਦਰਿਤ ਹੋਣ ਤੋਂ ਭਾਵ ਹੈ ਕਿ ਬੱਚੇ ਦੀਆਂ ਵਿਅਕਤੀਗਤ ਵਿਭਿੰਨਤਾਵਾਂ ਨੂੰ ਆਧਾਰ ਬਣਾ ਕੇ ਪੁਸਤਕ ਦੀ ਰਚਨਾ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਉਸਦੇ ਬੱਚੇ ਦੀ ਬੁੱਧੀ, ਉਸਦੀ ਆਯੂ, ਉਸਦੀਆਂ ਆਦਤਾਂ, ਰੁਚੀਆਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੀ ਬੁੱਕ ਦੀ ਰਚਨਾ ਕਰਨੀ ਚਾਹੀਦੀ ਹੈ। ਛੋਟੇ ਬੱਚੇ ਹੈ ਤਾਂ ਭਾਸ਼ਾ ਸ਼ੈਲੀ ਉਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ, ਤੇ ਅਗਰ ਬੱਚੇ ਵੱਡੇ ਹੈ ਤਾਂ ਉਹਨਾਂ ਦੀ ਭਾਸ਼ਾ ਜਿਹੜੀ ਹੈ ਪਾਠ ਪੁਸਤਕ ਦੀ ਵੱਡੇ ਬੱਚਿਆਂ ਦੀ ਪੱਧਰ ਦੇ ਅਨੁਸਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਗਲਾ ਗੁਣ ਹੈ ਭਾਸ਼ਾ ਦੀ ਸ਼ੁੱਧਤਾ। ਪੰਜਾਬੀ ਭਾਸ਼ਾ ਦੀ ਪਾਠ ਪੁਸਤਕ ਵਿੱਚ ਭਾਸ਼ਾ ਸ਼ੁੱਧਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ, ਤਾਂ ਕਿ ਵਿਦਿਆਰਥੀ ਆਪਣੀ ਭਾਸ਼ਾ ਸ਼ੁੱਧ ਕਰ ਸਕਣ ਤੇ ਆਪਣੀਆਂ ਭਾਸ਼ਾ ਤਰੁੱਟੀਆਂ ਦਾ ਸੁਧਾਰ ਕਰ ਸਕਣ। ਭਾਸ਼ਾ ਸ਼ੁੱਧਤਾ ਦੇ ਅੰਤਰਗਤ ਸ਼ਬਦ ਜੋੜ, ਵਿਸ਼ਰਾਮ ਚਿੰਨ੍ਹ ਦਾ ਪ੍ਰਯੋਗ, ਵਿਆਕਰਣ, ਵਾਕ ਰਚਨਾ ਤੇ ਸ਼ਬਦ ਪ੍ਰਯੋਗ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਭਾਸ਼ਾ ਸ਼ੁੱਧਤਾ ਤੋਂ ਬਿਨਾਂ ਕੋਈ ਵੀ ਬੁੱਕ ਇੱਕ ਆਦਰਸ਼ ਬੁੱਕ ਨਹੀਂ ਹੋ ਸਕਦੀ। ਬੱਚੇ ਜੋ ਹੈ ਉਹ ਬੁੱਕ ਵਿੱਚ ਲਿਖੀ ਛਪੀ ਹੋਈ ਜੋ ਵਿਸ਼ਾ ਸਮੱਗਰੀ ਹੈ, ਜੋ ਸ਼ਬਦ ਜੋੜ ਹਨ, ਜੋ ਵਿਆਕਰਣ ਦੇ ਅਨੁਸਾਰ ਉਸ ਦੇ ਵਿੱਚ ਨਿਯਮਾਂ ਦਾ ਪ੍ਰਯੋਗ ਕੀਤਾ ਗਿਆ ਹੈ, ਤਾਂ ਬੱਚਾ ਉਸ ਨੂੰ ਦਾ ਅਨੁਕਰਨ ਕਰਦਾ ਹੋਇਆ ਉਸੇ ਤਰੀਕੇ ਨਾਲ ਭਾਸ਼ਾ ਨੂੰ ਲਿਖਣਾ ਸਿੱਖਦਾ ਹੈ ਜਾਂ ਲਿਖਦਾ ਹੈ। ਅਗਰ ਭਾਸ਼ਾ ਦੇ ਵਿੱਚ ਤਰੁੱਟੀਆਂ ਹੋਣੀਆਂ ਤਾਂ ਬੱਚਾ ਜੋ ਹੈ ਪੁਸਤਕ ਦੀ ਪਾਠ ਪੁਸਤਕ ਦੀ ਨਕਲ ਕਰਕੇ ਜੋ ਹੈ ਉਸੇ ਤਰੀਕੇ ਨਾਲ ਗਲਤ ਸ਼ਬਦ ਜੋੜਾਂ ਦਾ ਪ੍ਰਯੋਗ ਕਰਨ ਲੱਗ ਪਵੇਗਾ। ਤਾਂ ਇਸ ਕਰਕੇ ਲਾਜ਼ਮੀ ਹੈ ਕਿ ਬੱਚੇ ਦੇ ਅੰਦਰ ਜਾਂ ਵਿਦਿਆਰਥੀ ਦੇ ਅੰਦਰ ਭਾਸ਼ਾ ਸੰਬੰਧੀ ਸ਼ੁੱਧੀਆਂ ਜਿਹੜੀਆਂ ਹੈ ਉਹ ਵਿਕਸਿਤ ਕੀਤੀਆਂ ਜਾ ਸਕਣ, ਤੇ ਅਸ਼ੁੱਧੀਆਂ ਨੂੰ ਦੂਰ ਕਰਨ ਵਾਸਤੇ ਜਿਹੜੀ ਪਾਠ ਪੁਸਤਕ ਹੈ ਉਸ ਦੀ ਭਾਸ਼ਾ ਜਿਹੜੀ ਹੈ ਸ਼ੁੱਧ ਹੋਣੀ ਚਾਹੀਦੀ ਹੈ, ਉਸ ਦੇ ਵਿੱਚ ਵਿਆਕਰਨਕ ਦ੍ਰਿਸ਼ਟੀ ਤੋਂ ਅਸ਼ੁੱਧੀਆਂ ਨਹੀਂ ਹੋਣੀਆਂ ਚਾਹੀਦੀਆਂ। ਅਗਲਾ ਹੈ ਮੌਲਿਕਤਾ। ਪਾਠ ਪੁਸਤਕ ਦੇ ਨਿਰਮਾਣ ਸਮੇਂ ਵਿਸ਼ੇ ਵਸਤੂ ਦੀ ਮੌਲਿਕਤਾ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਕਦੇ-ਕਦੇ ਸੰਪਾਦਕ ਰਚਨਾ ਸ਼ਾਮਿਲ ਕਰਦੇ ਸਮੇਂ ਲੇਖਕ ਦੇ ਮੂਲ ਲੇਖ ਨੂੰ ਸੰਖੇਪ ਕਰ ਦਿੰਦੇ ਹਨ, ਇਸ ਨਾਲ ਲੇਖਕ ਦੀ ਮੌਲਿਕਤਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਇਸ ਕਰਕੇ ਮੌਲਿਕਤਾ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਜਦੋਂ ਮੌਲਿਕ ਪੁਸਤਕਾਂ ਦੇ ਵਿੱਚੋਂ ਸਮੱਗਰੀ ਇਕੱਠੀ ਕਰਕੇ ਪਾਠ ਪੁਸਤਕ ਤਿਆਰ ਕੀਤੀ ਜਾਂਦੀ ਹੈ ਤਾਂ ਕਈ ਵਾਰ ਜਿਹੜਾ ਹੈ ਲੇਖਕ ਉਹ ਜਿਹੜੀ ਹੈ ਸੀਮਿਤਤਾ ਨੂੰ ਧਿਆਨ 'ਚ ਰੱਖਦੇ ਹੋਏ ਉਸ ਦੀ ਜੋ ਸਮੱਗਰੀ ਹੈ ਉਸ ਨੂੰ ਛੋਟਾ ਕਰ ਦਿੰਦਾ ਹੈ, ਤਾਂ ਉਸ ਦੇ ਵਿੱਚ ਉਸ ਰਾਈਟਰ ਨੇ ਜੋ ਭਾਵ ਜਾਂ ਵਿਚਾਰ ਜਾਂ ਵੈਲਿਊਜ਼ ਅਭਿਵਿਅਕਤ ਕਰਨੀਆਂ ਹਨ ਉਹ ਪੂਰੇ ਤਰੀਕੇ ਨਾਲ ਵਿਦਿਆਰਥੀ ਤੱਕ ਨਹੀਂ ਪਹੁੰਚਦੀਆਂ, ਜਿਸ ਦੇ ਨਾਲ ਉਸ ਦੀ ਮੌਲਿਕਤਾ ਜੋ ਹੈ ਉਹ ਖਤਮ ਹੋ ਜਾਂਦੀ ਹੈ। ਅਗਲਾ ਹੈ ਵੰਨ ਸੁਵੰਨਤਾ। ਵੰਨ ਸੁਵੰਨਤਾ ਤੋਂ ਮਤਲਬ ਹੈ ਵਿਭਿੰਨਤਾਵਾਂ, ਵੇਰੀਏਸ਼ਨਸ।
ਪੁਸਤਕ ਦੇ ਨਿਰਮਾਣ ਵਿੱਚ ਸਾਹਿਤ ਦੇ ਸਾਰੇ ਰੂਪ ਜਿਹੜੇ ਹਨ, ਜਿਵੇਂ ਗੱਦਿਆ ਹਨ, ਕਵਿਤਾ ਹੈ, ਨਿਬੰਧ, ਨਾਟਕ, ਨਾਵਲ, ਕਹਾਣੀ, ਸਵੈ ਜੀਵਨੀ, ਇਕਾਂਗੀ, ਜੋ ਵੀ ਹੈ ਉਹ ਸਾਰੇ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ। ਇਸ ਨਾਲ ਹੀ ਸ਼ੈਲੀ ਦੀ ਵੰਨ-ਸੁਵੰਨਤਾ ਦਾ ਧਿਆਨ ਜਿਹੜਾ ਹੈ ਉਹ ਰੱਖਣਾ ਚਾਹੀਦਾ ਹੈ। ਵਿਭਿੰਨਤਾ ਦੇ ਅਭਾਵ ਵਿੱਚ ਪੁਸਤਕ ਜਿਹੜੀ ਹੈ ਉਸ ਦੀ ਰੋਚਕਤਾ ਖਤਮ ਹੋ ਜਾਂਦੀ ਹੈ। ਇਸ ਕਰਕੇ ਭਾਸ਼ਾ ਦੇ ਸਾਰੇ ਰੂਪਾਂ ਤੇ ਵੰਨਗੀਆਂ ਜਿਹੜੀਆਂ ਹਨ ਉਸ ਨੂੰ ਇੱਕ ਭਾਸ਼ਾ ਸਿੱਖਿਆ ਦੀ ਪਾਠ ਪੁਸਤਕ ਦੇ ਵਿੱਚ ਉਹ ਹੋਣੀਆਂ ਚਾਹੀਦੀਆਂ ਹਨ। ਅਗਲਾ ਹੈ ਹੋਰ ਵਿਸ਼ਿਆਂ ਨਾਲ ਸੰਬੰਧਿਤ। ਜਿਹੜੀ ਪੰਜਾਬੀ ਭਾਸ਼ਾ ਦੀ ਪਾਠ ਪੁਸਤਕ ਹੈ ਉਹ ਹੋਰ ਵਿਸ਼ਿਆਂ ਨਾਲ ਵੀ ਸੰਬੰਧਿਤ ਹੁੰਦੀ ਹੈ, ਕਿਉਂਕਿ ਕੋਈ ਵੀ ਵਿਸ਼ੇ ਦਾ ਅਧਿਐਨ ਅਗਰ ਵਿਦਿਆਰਥੀ ਨੇ ਕਰਨਾ ਹੈ ਤਾਂ ਉਸ ਦਾ ਜੋ ਆਧਾਰ ਹੈ ਉਹ ਉਸ ਭਾਸ਼ਾ ਹੁੰਦੀ ਹੈ। ਤਾਂ ਪੰਜਾਬੀ ਭਾਸ਼ਾ ਦੀ ਪਾਠ ਪੁਸਤਕ ਜੋ ਹੈ ਉਹ ਦੂਜੇ ਵਿਸ਼ਿਆਂ ਨਾਲ ਸਹਿ ਸੰਬੰਧਿਤ ਹੋਣੀ ਚਾਹੀਦੀ ਹੈ। ਭਾਸ਼ਾ ਦੀ ਪਾਠ ਪੁਸਤਕ ਨੂੰ ਸਮਾਜ ਸ਼ਾਸਤਰ, ਵਿਗਿਆਨ, ਗਣਿਤ, ਭੂਗੋਲ, ਇਤਿਹਾਸ ਆਦਿ ਵਿਸ਼ਿਆਂ ਨਾਲ ਜਿਹੜਾ ਸੰਬੰਧਿਤ ਹੈ ਉਹ ਕਰਨਾ ਚਾਹੀਦਾ ਹੈ। ਬੱਚੇ ਦੇ ਸੰਪੂਰਨ ਗਿਆਨ ਲਈ ਵਿਸ਼ਿਆਂ ਨਾਲ ਉਸ ਨੂੰ ਜੋੜਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਵਿਸ਼ੇ ਸੰਬੰਧੀ ਗੁਣ ਹੈ ਆਪਾਂ ਉਸ ਦਾ ਅਧਿਐਨ ਕਰਾਂਗੇ ਕਿ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਇੱਕ ਵਿਸ਼ਾ ਵਸਤੂ ਨਾਲ ਸੰਬੰਧਿਤ ਕੀ ਗੁਣ ਹੋਣੇ ਚਾਹੀਦੇ ਹੈ। ਇਹ ਵੀ ਅੰਦਰੂਨੀ ਗੁਣਾਂ ਦੇ ਅੰਤਰਗਤ ਆਉਂਦੇ ਹਨ। ਵਿਸ਼ੇ ਵਸਤੂ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਪਾਠ ਪੁਸਤਕ ਦੇ ਵਿੱਚ ਪਹਿਲਾ ਗੁਣ ਹੈ ਉਦੇਸ਼ਾਂ ਉੱਤੇ ਆਧਾਰਿਤ। ਜਿਹੜੀ ਪੰਜਾਬੀ ਦੀ ਪਾਠ ਪੁਸਤਕ ਹੈ ਉਹ ਪੰਜਾਬੀ ਵਿਸ਼ੇ ਦੇ ਜਿਹੜੇ ਮੁੱਖ ਉਦੇਸ਼ ਹਨ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੋਣੀ ਚਾਹੀਦੀ ਹੈ। ਪੰਜਾਬੀ ਦੇ ਕੀ ਉਦੇਸ਼ ਹਨ, ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਕਿਸ ਵਿਸ਼ਾ ਸਮੱਗਰੀ ਦੀ ਜ਼ਰੂਰਤ ਹੈ ਉਸ ਨੂੰ ਧਿਆਨ ਵਿੱਚ ਰੱਖ ਕੇ ਹੀ ਪੁਸਤਕ ਦਾ ਨਿਰਮਾਣ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਪਾਠ ਪੁਸਤਕ ਦੀ ਰਚਨਾ ਕੁਝ ਵਿਸ਼ੇਸ਼ ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੋਣੀ ਚਾਹੀਦੀ ਹੈ। ਮੁੱਖ ਰੂਪ ਵਿੱਚ ਗਿਆਨ ਦਾ ਵਿਕਾਸ, ਬੁੱਧੀ ਦਾ ਗਿਆਨ, ਮੌਲਿਕਤਾ, ਸਾਹਿਤਿਕ ਰੁਚੀ ਦਾ ਵਿਕਾਸ, ਸ਼ਬਦ ਭੰਡਾਰ ਵਿੱਚ ਵਾਧਾ ਕਰਨਾ ਆਦਿ ਭਾਸ਼ਾ ਸਿੱਖਿਆ ਦੇ ਮੁੱਖ ਉਦੇਸ਼ ਹਨ। ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਪਾਠ ਪੁਸਤਕ ਦਾ ਨਿਰਮਾਣ ਕਰਨਾ ਚਾਹੀਦਾ ਹੈ। ਅਗਲਾ ਹੈ ਵਿਦਿਆਰਥੀ ਕੇਂਦਰਿਤ। ਭਾਸ਼ਾ ਦੀ ਪਾਠ ਪੁਸਤਕ ਦੀ ਵਿਸ਼ਾ ਸਮੱਗਰੀ ਦੀ ਚੋਣ ਵਿਦਿਆਰਥੀ ਕੇਂਦਰਿਤ ਸਿਧਾਂਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਨੀ ਚਾਹੀਦੀ ਹੈ। ਵਿਦਿਆਰਥੀ ਕੇਂਦਰਿਤ ਆਪਾਂ ਪਹਿਲਾਂ ਵੀ ਇਹ ਬਿੰਦੂ ਜਿਹੜਾ ਹੈ ਇਸ ਨਾਲ ਸੰਬੰਧਿਤ ਕਰ ਚੁੱਕੇ ਹਾਂ। ਵਿਦਿਆਰਥੀ ਕੇਂਦਰਿਤ ਤੋਂ ਭਾਵ ਹੈ ਕਿ ਬੱਚੇ ਦੀਆਂ ਵਿਅਕਤੀਗਤ ਵਿਭਿੰਨਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੀ ਹੈ ਵਿਸ਼ਾ ਵਸਤੂ ਜਿਹੜੀ ਸ਼ਾਮਿਲ ਕਰਨੀ ਚਾਹੀਦੀ ਹੈ। ਇਸ ਲਈ ਵਿਸ਼ਾ ਵਸਤੂ ਵਿਦਿਆਰਥੀ ਦੀ ਲੋੜਾਂ, ਮਾਨਸਿਕ ਪੱਧਰ, ਰੁਚੀ ਦੇ ਅਨੁਰੂਪ ਹੋਣੀ ਚਾਹੀਦੀ ਹੈ। ਵਿਦਿਆਰਥੀ ਦੇ ਸਰਵਪੱਖੀ ਵਿਕਾਸ ਵਿੱਚ ਭਾਸ਼ਾ ਵਿਸ਼ਾ ਸਮੱਗਰੀ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਇਸ ਲਈ ਪਾਠ ਪੁਸਤਕ ਦੀ ਵਿਸ਼ਾ ਸਮੱਗਰੀ ਵਿਦਿਆਰਥੀਆਂ ਦੀ ਭਾਸ਼ਾ ਗਿਆਨ ਨੂੰ ਸੰਪੂਰਨ ਕਰਨ ਵਾਲੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੈ ਭਾਸ਼ਾਈ ਕੌਸ਼ਲ। ਭਾਸ਼ਾ ਦੇ ਜਿੰਨੇ ਵੀ ਕੌਸ਼ਲ ਹਨ ਉਸ ਦਾ ਵਿਕਾਸ ਕਰਨ ਵਾਲੀ ਹੋਣੀ ਚਾਹੀਦੀ ਹੈ। ਕੋਈ ਵੀ ਭਾਸ਼ਾ ਹੈ ਚਾਹੇ ਉਸ ਦੇ ਮੁੱਖ ਰੂਪ ਵਿੱਚ 4 ਕੌਸ਼ਲ ਹੁੰਦੇ ਹਨ: ਬੋਲਣਾ, ਪੜ੍ਹਨਾ, ਸੁਣਨਾ ਤੇ ਲਿਖਣਾ। ਤਾਂ ਇਹਨਾਂ 4 ਕੌਸ਼ਲਾਂ ਦਾ ਵਿਕਾਸ ਕਰਨ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ। ਪੰਜਾਬੀ ਦੀ ਪਾਠ ਪੁਸਤਕ ਦੀ ਵਿਸ਼ਾ ਵਸਤੂ ਭਾਸ਼ਾਈ ਕੌਸ਼ਲਾਂ ਦਾ ਵਿਕਾਸ ਕਰਨ ਵਾਲੀ ਹੋਣੀ ਚਾਹੀਦੀ ਹੈ। ਹਰ ਪੱਧਰ ਦੇ ਬੱਚਿਆਂ ਦਾ ਉਹਨਾਂ ਦੀ ਪੱਧਰ ਦੇ ਅਨੁਕੂਲ ਬੋਲਣ, ਪੜ੍ਹਨ, ਸੁਣਨ ਅਤੇ ਲਿਖਣ ਕੌਸ਼ਲ ਦਾ ਵਿਕਾਸ ਕਰਨ ਤੋਂ ਇਲਾਵਾ ਨਵੀਨ ਸ਼ਬਦ ਰਚਨਾ, ਸ਼ਬਦਕੋਸ਼ ਦਾ ਵਿਸਥਾਰ, ਮੁਹਾਵਰੇ, ਕਹਾਵਤਾਂ ਆਦਿ ਰਾਹੀਂ ਹੀ ਭਾਸ਼ਾਈ ਕੌਸ਼ਲਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਠ ਪੁਸਤਕ ਦੇ ਵਿੱਚ ਉਹ ਸਾਰੀ ਵਿਸ਼ਾ ਸਮੱਗਰੀ ਹੋਣੀ ਚਾਹੀਦੀ ਹੈ ਜੋ ਸ਼ਬਦਕੋਸ਼, ਸ਼ਬਦ ਰਚਨਾ, ਮੁਹਾਵਰੇ, ਕਹਾਵਤਾਂ ਨਾਲ ਸੰਬੰਧਿਤ ਹੈ, ਜਿਸ ਨਾਲ ਬੱਚੇ ਦੇ 4 ਕੌਸ਼ਲਾਂ ਦਾ ਵਿਕਾਸ ਕੀਤਾ ਜਾ ਸਕੇ। ਸਿੱਧੇ ਉਪਦੇਸ਼ਾਂ ਦਾ ਤਿਆਗ। ਭਾਸ਼ਾ ਦੀ ਪਾਠ ਪੁਸਤਕ ਦੇ ਵਿੱਚ ਜਿਹੜੇ ਸਿੱਧੇ ਉਪਦੇਸ਼ ਦਿੱਤੇ ਜਾਂਦੇ ਹਨ ਉਸ ਤੋਂ ਬਚਣਾ ਚਾਹੀਦਾ ਹੈ। ਜਦੋਂ ਵੀ ਕੋਈ ਬੱਚਿਆਂ ਨੂੰ ਉਪਦੇਸ਼ ਦੇਣਾ ਹੈ, ਜੋ ਵੀ ਵਿਚਾਰ ਬੱਚਿਆਂ ਦੇ ਸਾਹਮਣੇ ਰੱਖਣਾ ਹੈ ਤਾਂ ਉਹ ਜੋ ਹੈ ਕਿਸੇ ਕਹਾਣੀ ਦੇ ਮਾਧਿਅਮ ਰਾਹੀਂ ਪ੍ਰਸਤੁਤ ਕਰਨਾ ਚਾਹੀਦਾ ਹੈ। ਭਾਸ਼ਾ ਦੀ ਪਾਠ ਪੁਸਤਕ ਵਿੱਚ ਵਿਦਿਆਰਥੀ ਨੂੰ ਸਿੱਧੇ ਉਪਦੇਸ਼ ਨਹੀਂ ਦੇਣੇ ਚਾਹੀਦੇ। ਭਾਸ਼ਾ ਦੀ ਪਾਠ ਪੁਸਤਕ ਸਿੱਖਿਆ ਲਈ ਹੈ, ਉਪਦੇਸ਼ਾਂ ਲਈ ਨਹੀਂ। ਭਾਸ਼ਾ ਦਾ ਅਧਿਆਪਨ ਦੇ ਦੌਰਾਨ ਸਿੱਧੇ ਉਪਦੇਸ਼ ਨਹੀਂ ਦਿੰਦਾ। ਉਪਦੇਸ਼ ਦੇਣਾ ਹੋਵੇ ਤਾਂ ਉਹ ਕਹਾਣੀ ਦੇ ਮਾਧਿਅਮ ਰਾਹੀਂ ਦਿੱਤਾ ਜਾਂਦਾ ਹੈ। ਅਗਲਾ ਹੈ ਕ੍ਰਮ ਅਤੇ ਮਾਤਰਾ। ਪੰਜਾਬੀ ਦੀ ਪਾਠ ਪੁਸਤਕ ਵਿੱਚ ਵਿਸ਼ਾ ਸਮੱਗਰੀ ਦੀ ਚੋਣ ਤੇ ਸੰਗਠਨ ਕਰਨ ਸਮੇਂ ਕ੍ਰਮਬੱਧਤਾ ਤੇ ਮਾਤਰਾ ਦਾ ਧਿਆਨ ਰੱਖਣਾ ਚਾਹੀਦਾ ਹੈ। ਪਾਠਾਂ ਦਾ ਕ੍ਰਮ ਰੁੱਤ ਦੇ ਅਨੁਸਾਰ ਹੋਣਾ ਚਾਹੀਦਾ ਹੈ। ਸੈਸ਼ਨ ਗਰਮ ਰੁੱਤ ਵਿੱਚ ਸ਼ੁਰੂ ਹੁੰਦਾ ਹੈ ਤਾਂ ਇਸ ਲਈ ਪਹਿਲੇ ਪਾਠਾਂ ਦਾ ਵਿਸ਼ਾ ਵਸਤੂ ਗਰਮੀ ਦੀ ਰੁੱਤ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ।
ਸਾਰੀ ਵਿਸ਼ਾ ਸਮੱਗਰੀ ਗਿਆਤ ਤੋਂ ਅਗਿਆਤ ਵੱਲ ਹੋਣੀ ਚਾਹੀਦੀ ਹੈ। ਕਵਿਤਾ, ਕਹਾਣੀਆਂ ਤੇ ਨਿਬੰਧ ਆਦਿ ਇੱਕੋ ਥਾਂ ਇਕੱਠੇ ਨਹੀਂ ਹੋਣੇ ਚਾਹੀਦੇ। ਵਿਸ਼ੇ ਸਮੱਗਰੀ ਦੀ ਮਾਤਰਾ ਇੰਨੀ ਹੋਣੀ ਚਾਹੀਦੀ ਹੈ ਕਿ ਉਹ ਨਿਰਧਾਰਿਤ ਸਮੇਂ ਵਿੱਚ ਸਮਾਪਤ ਹੋ ਸਕੇ, ਕਿਉਂਕਿ ਬੱਚਿਆਂ ਦੇ ਕੋਲ ਜੋ ਹੈ ਪਾਠਕ੍ਰਮ ਪੂਰਾ ਕਰਨ ਲਈ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ। ਜਿਵੇਂ 1 ਸਾਲ ਦੇ ਵਿੱਚ ਉਹਨਾਂ ਨੇ ਇੱਕ ਸ਼੍ਰੇਣੀ ਨੂੰ ਜਿਹੜਾ ਹੈ ਉਹਦਾ ਅਧਿਐਨ ਕਰਨਾ ਹੁੰਦਾ ਹੈ, ਤਾਂ ਇਸ ਕਰਕੇ ਉਹਦੀ ਮਾਤਰਾ ਜਿਹੜੀ ਹੈ ਵਿਸ਼ਾ ਵਸਤੂ ਦੀ ਉਹ ਇੰਨੀ ਕੀ ਹੋਣੀ ਚਾਹੀਦੀ ਹੈ ਕਿ ਬੱਚੇ ਉਹਨੂੰ 1 ਸਾਲ ਦੇ ਵਿੱਚ ਪੂਰਾ ਕਰ ਸਕਣ ਤੇ ਉਸ ਦਾ ਅਧਿਐਨ ਕਰ ਸਕਣ। ਉਹ ਦੂਸਰਾ ਅਗਲਾ ਜਿਹੜਾ ਗੁਣ ਹੈ ਵਿਸ਼ਾ ਵਸਤੂ ਨਾਲ ਸੰਬੰਧਿਤ ਉਹ ਹੈ ਉਪਯੁਕਤਤਾ। ਮਨੋਵਿਗਿਆਨ ਦੀ ਦ੍ਰਿਸ਼ਟੀ ਤੋਂ ਮਾਨਵ ਸ਼ਖਸੀਅਤ ਦੇ ਵਿਕਾਸ ਦੀਆਂ ਕਈ ਅਵਸਥਾਵਾਂ ਜਿਵੇਂ ਬਾਲ ਅਵਸਥਾ, ਕਿਸ਼ੋਰ, ਬਾਲਗ ਅਵਸਥਾ ਹਨ। ਇਹ ਅਵਸਥਾ ਦੀਆਂ ਸਧਾਰਨ ਪ੍ਰਵਿਰਤੀਆਂ ਦੇ ਅਨੁਕੂਲ ਵਿਸ਼ਿਆਂ ਉੱਪਰ ਆਧਾਰਿਤ ਪਾਠ ਉਪਯੁਕਤ ਹੁੰਦੇ ਹਨ। ਇਸ ਕਰਕੇ ਬੱਚੇ ਦੀ ਆਯੂ, ਉਹਨਾਂ ਦੀ ਪੱਧਰ, ਬੁੱਧੀ ਦੀ ਪੱਧਰ ਜੋ ਹੈ ਉਸਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਪਯੁਕਤ ਪਾਠਕ੍ਰਮ ਜਿਹੜਾ ਹੈ ਉਹ ਪਾਠ ਪੁਸਤਕ ਦੇ ਵਿੱਚ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੈ ਪਾਠ ਸਮੱਗਰੀ ਦੀ ਵੰਨ-ਸੁਵੰਨਤਾ। ਪਾਠ ਪੁਸਤਕ ਦੇ ਵਿੱਚ ਜੋ ਵੀ ਵਿਸ਼ਾ ਵਸਤੂ ਦਿੱਤੀ ਗਈ ਹੈ ਉਸ ਦੇ ਵਿੱਚ ਵਿਭਿੰਨਤਾ, ਵੰਨ-ਸੁਵੰਨਤਾ, ਵੇਰੀਏਸ਼ਨ ਹੋਣੀ ਚਾਹੀਦੀ ਹੈ। ਸਾਹਿਤ ਦੇ ਸਾਰੇ ਰੂਪਾਂ ਨੂੰ ਸ਼ਾਮਿਲ ਕੀਤਾ ਹੋਣਾ ਚਾਹੀਦਾ ਹੈ। ਜਿਵੇਂ ਭਾਸ਼ਾ ਦੇ ਜਿੰਨੇ ਵੀ ਅੰਗ ਹਨ, ਵਿਆਕਰਣ, ਗਦ, ਕਵਿਤਾ, ਕਹਾਣੀ, ਨਾਟਕ, ਨਾਵਲ, ਇਕਾਂਗੀ, ਇਹ ਜਿਹੜੇ ਸਾਰੇ ਹਨ ਵਿਸ਼ਾ ਵਸਤੂ ਨੂੰ ਭਾਸ਼ਾ ਦੀ ਪਾਠ ਪੁਸਤਕ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ, ਕਿਉਂਕਿ ਭਾਸ਼ਾ ਸੰਬੰਧੀ ਸੰਪੂਰਨ ਗਿਆਨ ਜੋ ਹੈ ਉਹ ਬੱਚਿਆਂ ਨੂੰ ਮਿਲ ਸਕੇ। ਇਸ ਤੋਂ ਇਲਾਵਾ ਹੈ ਅਡਰਾਪਨ ਤੇ ਸੱਜਰਾਪਨ। ਅਡਰਾਪਨ ਦਾ ਮਤਲਬ ਹੈ ਨਵੀਨਤਾ ਤੇ ਨਵਾਂਪਨ ਜਾਂ ਤਾਜ਼ਗੀ ਆਪਾਂ ਜਿਹਨੂੰ ਕਹਿ ਸਕਦੇ ਹਾਂ। ਜਿਹੜੀ ਪੰਜਾਬੀ ਭਾਸ਼ਾ ਦੀ ਪਾਠ ਪੁਸਤਕ ਹੈ ਉਸ ਦੇ ਵਿੱਚ ਇਸ ਗੁਣ ਦਾ ਹੋਣਾ ਲਾਜ਼ਮੀ ਹੈ, ਕਿਉਂਕਿ ਜੋ ਵਿਸ਼ਾ ਵਸਤੂ ਹੈ ਅਗਰ ਉਹ ਨਵੀਨ ਹੋਏਗੀ, ਨਵੇਕਲੀ ਹੋਏਗੀ, ਉਸ ਦੇ ਵਿੱਚ ਨਵਾਂਪਨ ਹੋਏਗਾ ਤਾਂ ਉਹ ਬੱਚਿਆਂ ਨੂੰ ਆਪਣੀ ओर ਖਿੱਚੇਗੀ, ਉਹ ਰੋਚਕ ਹੋਏਗੀ, ਨਹੀਂ ਤਾਂ ਉਹ ਬੋਰੀਅਤ ਦਾ ਕਾਰਨ ਬਣ ਸਕਦੀ ਹੈ। ਹਾਂਜੀ, ਇਹ ਸਨ ਪਾਠ ਪੁਸਤਕ ਦੇ ਅੰਦਰੂਨੀ ਗੁਣ, ਜਿਨ੍ਹਾਂ ਦੇ ਵਿੱਚ ਅਸੀਂ ਸਧਾਰਨ ਗੁਣ ਕਰ ਚੁੱਕੇ ਹਾਂ ਤੇ ਵਿਸ਼ਾ ਸੰਬੰਧੀ ਗੁਣ ਕਰ ਚੁੱਕੇ ਹਾਂ। ਇਸ ਤੋਂ ਬਾਅਦ ਆਪਾਂ ਨੈਕਸਟ ਲੈਕਚਰ ਦੇ ਵਿੱਚ ਇਹਦੇ ਬਾਹਰੀ ਗੁਣ ਕਰਾਂਗੇ।